ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਵੇਂ ਉਹ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਭਾਵੇਂ ਭਗਤਾਂ ਦੀ ਬਾਣੀ ਹੈ, ਪਰ ਉਸ ਬਾਣੀ ਦੇ ਵਿੱਚ ਇੱਕ ਸਾਰਤਾ ਹੈ। ਇੱਕੋ ਹੀ ਮਜ਼ਮੂਨ ਨੂੰ ਲੈ ਕੇ, ਇੱਕੋ ਹੀ ਵਿਸ਼ੇ ਨੂੰ ਲੈ ਕੇ ਜਿਹੜੀਆਂ ਬਾਣੀਆਂ ਅਸੀਂ ਦੇਖਦੇ ਹਾਂ ਕਿ 2-2, 3-3 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਰਹੀਆਂ ਨੇ, ਇਸ ਦਾ ਅਰਥ ਹੈ ਕਿ ਕੋਈ ਖਾਸ ਗੱਲ ਜਿਹੜੀ ਹੈ ਉਹਨਾਂ ਬਾਣੀਆਂ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਡੇ ਸਮਕਸ਼ ਰੱਖੀ ਹੈ। ਤੁਸੀਂ ਵੇਖੋ, 38 ਬਾਣੀ ਗੁਰੂ ਗ੍ਰੰਥ ਸਾਹਿਬ 'ਚ 3 ਨੇ, 52 ਅੱਖਰੀਆਂ ਗੁਰੂ ਗ੍ਰੰਥ ਸਾਹਿਬ 2 ਨੇ, ਦਿਨ ਰੈਣ ਬਾਣੀਆਂ ਨੇ, ਵਾਰ ਸਬਤਾ ਜਿਹੜੀ ਬਾਣੀਆਂ ਨੇ ਇਹ ਵੀ 2-2, 3-3 ਨੇ। ਅਸਲ ਦੇ ਵਿੱਚ ਗੁਰਮਤਿ ਨੇ ਉਹਨਾਂ ਗੱਲਾਂ ਦੇ ਉੱਤੇ ਬਹੁਤਾ ਜ਼ੋਰ ਦਿੱਤਾ ਜਿਨ੍ਹਾਂ ਗੱਲਾਂ ਦੇ ਰਾਹੀਂ ਜਾਂ ਜਿਨ੍ਹਾਂ ਦਿਨਾਂ ਦੇ ਰਾਹੀਂ, ਥਿੱਤਾਂ ਦੇ ਰਾਹੀਂ ਮਨੁੱਖ ਕਰਮਕਾਂਡੀ ਜੀਵਨ ਜੀ ਰਿਹਾ ਸੀ, ਪਾਖੰਡੀ ਜੀਵਨ ਜੀ ਰਿਹਾ ਸੀ। ਇਸ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਾਡੇ ਉੱਤੇ ਤਰਸ ਕੀਤਾ ਕਿ ਮਨੁੱਖਤਾ ਦੇ ਭਲੇ ਲਈ ਅਤੇ ਉਸ ਨੂੰ ਇਹਨਾਂ ਕਰਮ ਕਾਂਡਾਂ ਵਿੱਚੋਂ, ਵਿਖਾਵੇ ਦੇ ਕਰਮਾਂ ਵਿੱਚੋਂ ਕੱਢਣ ਵਾਸਤੇ ਸਤਿਗੁਰ ਨੇ ਇਹ ਅੰਮ੍ਰਿਤ ਬੋਲ ਉਚਾਰਨ ਕੀਤੇ। ਕਬੀਰ ਸਾਹਿਬ ਜੀ ਦੀ ਇਹ ਬਾਣੀ ਜਿਹਦਾ ਸਿਰਲੇਖ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਰਾਗ ਗੋੜੀ ਥਿੱਤੀ ਕਬੀਰ ਜੀ ਕੀ, ਇੱਥੇ ਥਿੱਤੀ ਨੂੰ ਵੀ ਟਿੱਪੀ ਲੱਗੀ ਹੋਈ ਹੈ ਥੱਤੇ ਦੇ ਉੱਤੇ ਅਤੇ ਕੱਕੇ ਦੇ ਉੱਤੇ ਵੀ ਟਿੱਪੀ ਲੱਗੀ ਹੈ। ਇਹਨੂੰ ਪਾਠ ਕਰਾਂਗੇ ਥਿੱਤੀ ਔਰ ਪਾਠ ਕਰਾਂਗੇ ਕੀ ਟਿੱਪੀ ਲਾ ਕੇ। ਆਓ, ਰਾਗ ਗੋੜੀ ਹੈ, ਬਾਣੀ ਦਾ ਨਾਮ ਥਿੱਤੀ ਹੈ, ਕਬੀਰ ਜੀ ਕੀ ਦਾ ਅਰਥ ਹੈ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਹੈ। ਇੱਥੋਂ ਇਸ ਬਾਣੀ ਦੀ ਸ਼ੁਰੂਆਤ ਹੋ ਰਹੀ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਸੂਰਜ ਅਤੇ ਚੰਦਰਮਾ ਦੇ ਅਨੁਸਾਰ ਸਾਲ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸੂਰਜ 12 ਰਾਸਾਂ ਵਿੱਚੋਂ ਲੰਘਦਾ ਹੈ, ਜਦੋਂ ਨਵੀਂ ਰਾਸ ਵਿੱਚ ਅਪੜਦਾ ਹੈ ਤਾਂ ਨਵਾਂ ਮਹੀਨਾ ਚੜ੍ਹਦਾ ਹੈ। ਚੰਦਰਮਾ ਦੇ ਵਧਣ ਘਟਣ ਦੇ ਹਿਸਾਬ ਅਨੁਸਾਰ ਦਿਨਾਂ ਨੂੰ ਥਿਤ ਆਖਿਆ ਜਾਂਦਾ ਹੈ। ਸੰਸਕ੍ਰਿਤ ਵਿੱਚ ਲਫ਼ਜ਼ ਹੈ ਤਿਥ, ਤੱਤੇ ਨਾਲ ਹੈ। ਜਦੋਂ ਗੁਰਮੁਖੀ ਵਿੱਚ ਦੇਖਾਂਗੇ, ਪੰਜਾਬੀ 'ਚ ਦੇਖਾਂਗੇ, ਫਿਰ ਪਾਠ ਹੈ ਥਿਤ। ਹਿੰਦੀ ਵਿੱਚ ਅਸਲ ਵਿੱਚ ਤਿਥ ਪਾਠ ਹੈ ਤੱਤੇ ਨਾਲ। ਭਾਵ ਕਿ ਸਤਿਗੁਰੂ ਜੀ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਇਹ ਮੁਕੰਮਲ ਪੱਖ ਜਿਹੜੇ ਨੇ ਸਮਝਾਏ ਨੇ, ਕਿਉਂਕਿ ਚੰਦਰਮਾ ਦੇ ਹਿਸਾਬ ਨਾਲ ਹਰੇਕ ਮਹੀਨੇ ਵਿੱਚ 2 ਹਿੱਸੇ ਨੇ, 2 ਪੱਖ ਹੁੰਦੇ ਹਨ, ਹਨੇਰਾ ਪੱਖ ਤੇ ਇੱਕ ਹੈ ਚਾਨਣ ਪੱਖ। ਮੱਸਿਆ ਜਿਸ ਰਾਤ ਮੁਕੰਮਲ ਹਨੇਰਾ ਹੁੰਦਾ ਹੈ ਤੇ ਚੰਦ ਬਿਲਕੁਲ ਨਹੀਂ ਦਿਸਦਾ, ਉਸ ਤੋਂ ਅਗਾਂਹ ਦਾ ਜਿਹੜਾ ਚਾਨਣ ਪੱਖ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਚੰਦਰਮਾ ਹਰ ਰੋਜ਼ ਵੱਧਦਾ ਚਲਾ ਜਾਂਦਾ। ਹੁਣ ਜਿਵੇਂ ਇਹ ਚਾਨਣ ਪੱਖ ਚੱਲ ਰਿਹਾ, ਚੰਦਰਮਾ ਹਰ ਰੋਜ਼ ਵੱਧ ਰਿਹਾ। ਜਦੋਂ ਪੂਰਨਮਾਸੀ ਹੋ ਜਾਂਦੀ ਹੈ ਉਸ ਨਾਲ ਚੰਦਰਮਾ ਪੂਰਾ ਹੋ ਜਾਂਦਾ ਹੈ, ਉਸ ਤੋਂ ਅਗਲੇ ਦਿਨ ਤੋਂ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਹਨੇਰਾ ਪੱਖ, ਕਿਉਂਕਿ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਹਨੇਰੇ ਵਾਲੇ ਪਾਸੇ ਜਾਂਦਾ ਹੈ। ਇਸ ਕਰਕੇ 2 ਪੱਖ ਨੇ ਇਹਨਾਂ ਥਿੱਤਾਂ ਦੇ। ਮਹੀਨੇ ਵਿੱਚ ਚਾਨਣ ਪੱਖ ਤੇ ਹਨੇਰਾ ਪੱਖ ਆਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹਨੇਰੇ ਪੱਖ ਦੀ ਵਿਚਾਰ ਰੱਖੀ ਸੀ ਸਾਡੇ ਸਾਹਮਣੇ, ਕਬੀਰ ਸਾਹਿਬ ਨੇ ਹਨੇਰੇ ਤੋਂ ਚਾਨਣ ਪੱਖ ਦੀ ਵਿਚਾਰ ਰੱਖੀ ਹੈ। ਮੱਸਿਆ ਤੋਂ ਗੱਲ ਕਬੀਰ ਸਾਹਿਬ ਸ਼ੁਰੂ ਕਰ ਰਹੇ ਹਨ ਔਰ ਆਖਰ ਇਹਨੇ ਪਹਿਲਾਂ ਸ਼ਲੋਕ ਉਚਾਰਨ ਕੀਤਾ ਹੈ। ਕਬੀਰ ਸਾਹਿਬ ਜੀ ਨੇ ਇਸ ਪਰਥਾਏ 16 ਪਦੇ ਉਚਾਰਨ ਕੀਤੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ 38 ਬਾਣੀ ਵਿੱਚ 20 ਪਦੇ ਉਚਾਰਨ ਕੀਤੇ ਨੇ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਦੇ ਅੰਦਰ 17 ਪਦੇ ਉਚਾਰਨ ਕੀਤੇ ਨੇ।
इस तरीके दे नाल ये बाणी असी देखांगे, गुरु ग्रंथ साहब दे विच दीदार करांगे। सो सतगुरु जी इत्थे किरपा कर रहे हैं। एक ओंकार सतगुर प्रसाद, अकाल पुरख एक है, सतगुर दी किरपा राही उसकी प्राप्ति होंदी है। राग गोड़ी, राग का नाम है थित्ती कबीर जी की। एक कबीर जी की बाणी थित्ती बाणी उच्चारण की हुई है भगत कबीर जी की। फिर आखिर ने सलोक 15 थित्ती 7 बार। कबीर साहब जी आखिर ने कि 15 थित्तां ਅਤੇ 7 ਵਾਰ ਦੇ ਵਿੱਚ ਮਨੁੱਖ ਜਿਹੜਾ ਹੈ ਵਰਤ ਇਸ਼ਨਾਨ ਆਦਿਕ ਦੇ ਕਰਮ ਕਾਂਡ ਕਰਦਾ ਹੈ। ਕਹਿ ਕਬੀਰ ਉਰ ਵਾਰ ਨਾ ਪਾਰ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਮੈਂ ਉਸ ਦੇ ਨਾਲ ਜੁੜਿਆ ਹੋਇਆ, ਉਹਦੀ ਸਿਫਤ ਸਲਾਹ ਕਰਦਾ ਜਿਸ ਮਾਲਕ ਦਾ ਕੋਈ ਉਰਲਾ ਬੰਨਾ ਨਹੀਂ, ਕੋਈ ਪਰਲਾ ਬੰਨਾ ਨਹੀਂ, ਜਿਹੜਾ ਕਿ ਬੇਅੰਤ ਹੈ। ਫਿਰ ਕਹਿ ਰਹੇ ਨੇ ਸਾਧਿਕ ਸਿੱਧ ਲਖੈ ਜੋ ਭੇਉ, ਆਪੇ ਕਰਤਾ आपे देव। इत्थे भगत कबीर साहब जी ये गल समझाना चाहते हैं कि वो जिहड़ा अकाल पुरख वाहिगुरु है, परमेश्वर है, उसका साधिक सिद्ध कोई भी जिहड़ा वो भेद नहीं पा सकता। और जिहड़ा उसका भेद लै लैंदा है, जिसकी परमात्मा नाल डूंघी सांझ बन जाती है, कहते ने उसनूं प्रकाश रूप करता आप ही हर थां ते दिस पैंदा। एक वो ने ਜਿਹੜੇ ਕਰਮ ਕਾਂਡੀ ਜੀਵਨ ਜਿਉਂਦੇ ਨੇ ਤੇ ਉਹਨਾਂ ਨੂੰ ਰੱਬ ਦਾ ਭੇਦ ਨਹੀਂ ਮਿਲਦਾ, ਪਰ ਇੱਕ ਉਹ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਸਾਧਨ ਸਿਫਤ ਸਲਾਹ ਦਾ ਵਰਤਿਆ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਨਾਂ ਦੀ ਡੂੰਘੀ ਸਾਂਝ ਬਣੀ ਤੇ ਉਹ ਪਰਮਾਤਮਾ ਦਾ ਭੇਦ ਪਾ ਲੈਂਦੇ ਨੇ। ਅਤੇ ਉਹ ਜਿਹੜੇ ਮਨੁੱਖ ਨੇ उस परमात्मा के स्वरूप में सारिया थावां ते वेखते हैं। उस तो अगे फिर पहला सलोक सी, नाल फिर गुरु साहब जी ने थित्ती अखर फिर द्वारा वरत्या। थित्ती अमावस में आस निवारो, अंतर जामी राम समारो, जीवत पावो मोख द्वार, अनुभव शब्द तत् निसार। फिर पहला पदा ये उच्चारण किया। आओ कि कबीर साहब जी ने गल मस्या तो शुरू की। गुरु नानक पातशाह ने मस्या ते जाके समाप्ति की सी। कि मस्या वाले दिन जिहड़ा चंद्रमा है, गुरु साहब ने कैसी अलोप हो जाता है। इस तरह परमात्मा है तो हर घट विच, पर वो अलोप है। कबीर साहब जी समझाने लगे थित्ती अमावस में आस निवारो। मस्या वाले दिन कहते व्रत तीरथ स्नान आदि दे होर आसावां जिहड़ी तुहाडे मन विच ने उन्हां नूं दूर करो। क्योंकि मस्या नूं लोग तीर्थां ते जांदे सन, खास व्रत रखते सन, बेअंत प्रकार दीआं आसावां लोकां दे मन विच सन। कहते जे रब नूं मिलना है भाई, कबीर साहब कहते फिर अपने जीवन विचों जो दुनियावी आसावां ने ना, इन्हां नूं दूर करो। अमावस में आस निवारो, अंतर जामी राम समारो। आखन लगे जिहड़ा कि सारियां दे घट घट दी जानन वाला अंतर जामी सर्व व्यापक परमात्मा है, उस परमात्मा नूं अपने हिरदे च बसाओ। अंतर जामी राम समारो। समारो का अर्थ वैसे संभालन दे नाल है। पाओ कि अपने हिरदे च बसाओ, उसकी याद नूं हिरदे विच पक्का करो। जिहड़ा परमात्मा साडे दिलां दी जानन वाला है, जिहड़ा अंतर जामी है। इन्हूं महाराज कहंदे ने राखा एक हमारा स्वामी सगल घटां का अंतर जामी। जिहड़ा हर एक दे घट दा जाननहार है, दिलों की जानन वाला है, उस अंतर जामी रमे हुए परमात्मा नूं अपने हिरदे विच बसाओ। क्योंकि वह सर्व व्यापक है, रमिया होया है, राम है। अते अपने हिरदे दे च उहनूं बसाओ, उसनूं हिरदे च पक्का करो, हिरदे विच संभालो। जीवत पावो मोख द्वार।
ਭਗਤ ਕਬੀਰ ਸਾਹਿਬ ਜੀ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੇ ਕਿ ਤੁਸੀਂ ਇਹਨਾਂ ਥਿੱਤਾਂ ਨਾਲ ਜੁੜੇ ਹੋਏ ਕਰਮ ਕਾਂਡ ਕਰਕੇ ਮਰਨ ਪਿੱਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ। ਕਿਉਂਕਿ ਉਸ ਵੇਲੇ ਸਨਾਤਨ ਮਤ ਦੇ ਅੰਦਰ ਤੇ ਅੱਜ ਵੀ ਜਿਹੜੇ ਸਨਾਤਨ ਮਤ ਵਾਲੇ ਵੀਰ ਨੇ ਉਹ ਖਾਸ ਮੁਕਤੀ ਸਮਝਦੇ ਨੇ ਮਰਨ ਤੋਂ ਬਾਅਦ, ਵੀ ਜਦੋਂ ਬੰਦਾ ਮਰ ਜਾਂਦਾ ਹੈ ਕੋਈ ਐਸੇ ਕਰਮ ਕਰੀਏ ਮਰਨ ਤੋਂ ਬਾਅਦ ਫਿਰ ਅੱਗੇ ਸਵਰਗ ਦੀ ਪ੍ਰਾਪਤੀ ਹੋ ਜਾਏਗੀ, ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਅਤੇ ਉਸ ਕਰਕੇ ਜੀਵਨ ਵਿੱਚ ਵਰਤ ਰੱਖਦੇ ਨੇ, ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਹੋਰ ਕਈ ਕਿਸਮ ਦੇ ਦਾਨ ਪੁੰਨ ਕਰਦੇ ਨੇ। ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਮਨੁੱਖ ਜਿਹੜਾ ਮੁਕਤ ਹੋ ਜਾਂਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਤੁਸੀਂ ਇਹਨਾਂ ਥਿੱਤਾਂ ਨਾਲ ਜੁੜੇ ਹੋਏ ਕਰਮ ਕਾਂਡ ਕਰਕੇ ਮਰਨ ਤੋਂ ਬਾਅਦ ਦੇ ਵਿੱਚ ਮੁਕਤੀ ਦੀ ਆਸ ਰੱਖਦੇ ਹੋ, ਵੀ ਬਾਅਦ ਦੇ ਵਿੱਚ ਸਾਨੂੰ ਮੁਕਤੀ ਮਿਲ ਜਾਏਗੀ, ਅਸੀਂ ਮੁਕਤ ਹੋ ਜਾਵਾਂਗੇ। ਪਰ ਕਹਿਣ ਲੱਗੇ ਕਬੀਰ ਸਾਹਿਬ ਜੀਵਤ ਪਾਵੋ ਮੋਖ ਦੁਆਰ, ਕਹਿੰਦੇ ਜੇ ਪਰਮਾਤਮਾ ਦਾ ਸਿਮਰਨ ਕਰੋ ਨਾ ਤਾਂ ਇਸੇ ਜਨਮ ਵਿੱਚ ਵਿਕਾਰਾਂ, ਦੁੱਖਾਂ, ਭਰਮਾਂ, ਵਹਿਮਾਂ ਤੋਂ ਤੁਹਾਡੀ ਖਲਾਸੀ ਹੋ ਜਾਵੇਗੀ, ਮੁਕਤੀ ਹੋ ਜਾਵੇਗੀ, ਜਿਉਂਦਿਆਂ ਦੀ ਤੁਸੀਂ ਮੁਕਤ ਹੋ ਜਾਵੋਗੇ। ਔਰ ਗੁਰਮਤਿ ਨੇ ਮਰਨ ਤੋਂ ਬਾਅਦ ਦੀ ਮੁਕਤੀ ਨੂੰ ਬਿਲਕੁਲ ਨਹੀਂ ਮੰਨਿਆ। ਕਹਿ ਬੇਣੀ ਸੁਣੋ ਦੇ ਸੰਤੋ ਮਰਨ ਮੁਕਤ ਕਿਨ ਪਾਈ। ਹੇ ਬੇਣੀ ਸੁਣੋ, ਹੇ ਸੰਤ ਜਨੋ, ਭਗਤ ਬੇਣੀ ਜੀ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਕਿਸ ਨੇ ਪ੍ਰਾਪਤ ਕੀਤੀ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ। ਜੇ ਮਰਨ ਤੋਂ ਬਾਅਦ ਮੁਕਤੀ ਦਿੱਤੀ ਨਾ ਤੇ ਉਹ ਮੁਕਤੀ ਮੈਂ ਦੇਖਣੀ ਨਹੀਂ, ਇਸ ਕਰਕੇ ਉਸ ਮੁਕਤੀ ਦਾ ਕੀ ਲਾਭ ਹੈ। ਜਿਹੜੀ ਮੁਕਤੀ ਅਸੀਂ ਮਾਣ ਹੀ ਨਹੀਂ ਸਕਦੇ, ਜਿਹੜੀ ਮੁਕਤੀ ਅਸੀਂ ਦੇਖ ਹੀ ਨਹੀਂ ਸਕਦੇ, ਮਰਨ ਤੋਂ ਬਾਅਦ ਮੁਕਤੀ ਮਿਲੇ, ਕਹਿਣ ਲੱਗੇ ਉਸ ਦਾ ਕੀ ਲਾਭ ਹੈ। ਪਾਓ ਕਿ ਭਗਤਾਂ ਨੇ, ਗੁਰੂ ਸਾਹਿਬ ਜੀ ਨੇ ਜਿਉਂਦੇ ਜੀ ਮੁਕਤ ਦੀ ਗੱਲ ਕੀਤੀ, ਵੀ ਜਿਉਂਦੇ ਜੀ ਸਿੱਖ ਨੇ ਮੁਕਤ ਹੋਣਾ, ਜਿਉਂਦੇ ਜੀ ਇਹ ਚੜ੍ਹਦੀ ਕਲਾ ਵਿੱਚ ਰਵੇ, ਇਹ ਸਵਰਗ ਵਿੱਚ ਰਵੇ, ਐਸੀ ਥਾਂ ਜੀਵਨ ਜੀਵੇ, ਇਸ ਤਰ੍ਹਾਂ ਦਾ ਜੀਵਨ ਜੀਵੇ ਕਿ ਜੀਵਨ ਦੇ ਵਿੱਚ ਕਦੇ ਨਰਕ ਹੀ ਨਾ ਆਏ, ਜੀਵਨ ਵਿੱਚ ਕਦੀ ਇਸਦੇ ਐਸਾ ਨਾ ਹੋਵੇ ਕਿ ਇਹ ਬੰਧਨਾਂ ਵਿੱਚ ਫਸਿਆ ਰਵੇ, ਸਗੋਂ ਇਹ ਜੀਵਨ ਜੀ ਮੁਕਤ ਹੋਵੇ। ਔਰ ਇੱਕ ਨਹੀਂ, ਬਾਣੀ ਦੇ ਅਨੰਤ ਫਰਮਾਨ ਇਸ ਪ੍ਰਥਾਏ ਸਤਿਗੁਰ ਨੇ ਦਿੱਤੇ ਨੇ ਕਿ ਅਸੀਂ ਜਿਉਂਦੇ ਜੀ ਮੋਖ ਨੂੰ ਹਾਸਲ ਕਰਨਾ ਹੈ। ਭਗਤਾਂ ਨੇ ਤੇ ਇਹ ਗੱਲ ਰੱਦ ਹੀ ਕਰ ਦਿੱਤੀ ਨਾ, ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੇ ਕਾਰਨ ਕਰਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੈ ਪਛਾਣੀ। ਕਹਿੰਦੇ ਨੇ ਰਾਮ ਤੇ ਕਬੀਰ ਹੁਣ ਇੱਕ ਹੋ ਗਏ, ਕੋਈ ਪਹਿਚਾਣ ਨਹੀਂ ਕਰ ਸਕਦਾ। ਗੁਰਬਾਣੀ ਨੇ ਉਸ ਮੁਕਤੀ ਦੀ ਗੱਲ ਕੀਤੀ ਹੈ, ਜਦੋਂ ਰੱਬ ਦਾ ਹੀ ਰੂਪ ਹੋ ਜਾਈਏ। ਇੱਥੇ ਹੀ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸਿਖਾ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਏ। ਇਹ ਮੁਕਤੀ ਦਾ ਤਰੀਕਾ ਹੈ ਕਿ ਸਿੱਖ ਨੇ ਦੁਬਿਧਾ ਵਿੱਚ ਨਹੀਂ ਪੈਣਾ, ਮੜੀਆਂ ਅਤੇ ਮਸਾਨਾਂ ਨੂੰ ਨਹੀਂ ਪੂਜਣਾ। ਸਿੱਖ ਜਿਹੜਾ ਹੈ ਉਸ ਅੰਤਰਜਾਮੀ ਸਰਬ ਵਿਆਪਕ ਪਰਮਾਤਮਾ ਨੂੰ ਆਪਣੇ ਦਿਲ 'ਚ ਵਸਾਉਂਦਾ ਹੈ, ਉਸਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਅਕਾਲ ਪੁਰਖ ਨੂੰ ਹਿਰਦੇ 'ਚ ਟਿਕਾਉਂਦਾ ਹੈ। ਔਰ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਜੀਵਤ ਪਾਵੋ ਮੋਖ ਦੁਆਰ, ਕਰਮ ਕਾਂਡਾਂ ਦੇ ਰਾਹੀਂ ਨਹੀਂ, ਮਰਨ ਤੋਂ ਬਾਅਦ ਮੁਕਤੀ ਨਹੀਂ, ਉਹ ਜਿਉਂਦਿਆਂ ਜੀ ਹੀ ਇਹਨਾਂ ਵਿਕਾਰਾਂ, ਦੁੱਖਾਂ, ਭਰਮਾਂ, ਵਹਿਮਾਂ ਤੋਂ ਮੁਕਤ ਹੋ ਜਾਂਦਾ ਹੈ, ਜਿਉਂਦੇ ਜੀ। ਫਿਰ ਕਹਿਣ ਲੱਗੇ ਕਬੀਰ ਸਾਹਿਬ ਅਨਭੋ ਸ਼ਬਦ ਤਤ ਨਿਜ ਸਾਰ। ਆਖਣ ਲੱਗੇ ਇਸ ਸਿਮਰਨ ਦੀ ਬਰਕਤ ਦੇ ਨਾਲ ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਗ ਪਏਗਾ। ਪਾਓ ਕਿ ਸਤਿਗੁਰ ਦਾ ਸ਼ਬਦ ਅਨੁਭਵੀ ਰੂਪ ਵਿੱਚ ਫੁਰੇਗਾ। ਇੱਕ ਹੈ ਸ਼ਬਦ ਨੂੰ ਰਟਣਾ, ਇੱਕ ਹੈ ਸ਼ਬਦ ਦਾ ਅੰਦਰੋਂ ਅਨੁਭਵ ਹੋ ਜਾਣਾ। ਸਤਿਗੁਰੂ ਦਾ ਸ਼ਬਦ ਅਨੁਭਵੀ ਹੋ ਕੇ ਪ੍ਰਗਟ ਹੋਏਗਾ। ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜਦੋਂ ਅਸੀਂ ਸ਼ਬਦ ਦੇ ਨੇੜੇ ਹੋ ਜਾਂਦੇ ਹਾਂ
ਬਾਣੀ ਦੇ ਨੇੜੇ ਹੋ ਜਾਂਦੇ ਹਾਂ, ਬਾਣੀ ਨੂੰ ਆਪਣਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਬਾਣੀ ਜਿਹੜੀ ਹੈ ਨਾ ਅਨੁਭਵ ਰੂਪ ਵਿੱਚ ਹੋ ਕੇ ਪ੍ਰਗਟ ਹੁੰਦੀ ਹੈ। ਔਰ ਇਸ ਨੂੰ ਪੜ੍ਹਨ ਦਾ ਤਰੀਕਾ ਵੀ ਸਾਨੂੰ ਸਿੱਖਣਾ ਪੈਣਾ। ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਇਹ ਬਾਣੀ ਪੜ੍ਹਨ ਦਾ ਬਹੁਤੇ ਵਿੱਚ ਬਹੁਤਾਤ ਲੋਕ ਜੋ ਪੜ੍ਹ ਰਹੇ ਨੇ ਗੁਸਤਾਖੀ ਮਾਫ, ਉਹ ਤਰੀਕਾ ਨਹੀਂ ਹੈ ਕਿ ਅਸੀਂ 5 ਮਿੰਟ 7 ਮਿੰਟ 'ਚ ਜਪਜੀ ਸਾਹਿਬ ਕਰ ਦਈਏ। ਇਹ ਤਰੀਕੇ ਨਹੀਂ ਹਨ। ਬਾਣੀ ਪੜ੍ਹਨ ਦਾ ਤਰੀਕਾ ਤਾਂ ਬੜਾ ਟਿਕਾਓ ਵਾਲਾ ਚਾਹੀਦਾ ਹੈ। ਅਸੀਂ ਪੜ੍ਹਦੇ ਇੱਕ ਓਂਕਾਰ ਸਤਿਨਾਮ ਕਰਤਾ ਨਿਰਮਲ, ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਅਸੀਂ ਕਰ ਕੀ ਰਹੇ ਹਾਂ। ਜਦੋਂ ਬਾਣੀ ਪੜ੍ਹੋ ਨਾ, ਤੇ ਬਾਣੀ ਇਸ ਤਰ੍ਹਾਂ ਪੜ੍ਹੋ ਜਿਵੇਂ ਤੁਸੀਂ ਡਾਇਰੈਕਟ ਗੱਲਾਂ ਬਾਤਾਂ ਕਰ ਰਹੇ ਹੋ। ਇਹ ਤਰੀਕਾ ਸਾਨੂੰ ਸਿੱਖਣਾ ਪੈਣਾ। ਜਿਵੇਂ ਅਸੀਂ ਰੋਜ਼ ਰਹਿਰਾਸ ਦਾ ਪਾਠ ਕਰਦੇ ਹਾਂ, ਜਿਤਨੀ ਵੀ ਅਸੀਂ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਸਾਡੇ ਉਸਦੇ ਨਾਲ ਗੱਲਬਾਤ ਹੋਵੇ। ਅਸੀਂ ਨੂੰ ਕਹੀਏ ਦਾਤਾ ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਉਹਦੇ ਨਾਲ ਪਿਆਰ ਨਾਲ ਗੱਲਾਂ ਕਰੀਏ। ਸਭ ਤੇਰੀ ਤਾਂ ਖੇਡ ਚੱਲ ਰਹੀ ਹੈ ਮਾਲਕਾ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ। ਕੌਣ ਜਾਣ ਸਕਦਾ ਜਿਹਨੂੰ ਤੂੰ ਜਾਣਾ ਹੈ। ਹੁਣ ਜਦੋਂ ਇਸ ਤਰ੍ਹਾਂ ਆਪਾਂ ਗੱਲਾਂ ਬਾਤਾਂ ਕਰਾਂਗੇ, ਫਿਰ ਅੰਦਰ ਜੋ ਇੱਕ ਗੱਲ ਭਾਵਨਾ ਬਣੇਗੀ, ਅਨੁਭਵ ਬਣੇਗਾ ਜੀਵਨ 'ਚ, ਅਟੈਚਮੈਂਟ ਬਣੇਗੀ। ਔਰ ਜਦੋਂ ਵੀ ਬਾਣੀ ਪੜ੍ਹੋ, ਬਾਣੀ ਗਾਓ, ਬਾਣੀ ਉਚਾਰਨ ਕਰੋ, ਇਸ ਤਰ੍ਹਾਂ ਸਮਝੋ ਕਿ ਜਿਵੇਂ ਆਪਣੀ ਬਾਣੀ ਉਚਾਰਨ ਕਰ ਰਹੇ ਹਾਂ। ਪਾਓਗੇ ਬਾਣੀ ਦੇ ਨਾਲ ਜਿਤਨੀ ਤੁਹਾਡੀ ਨਜ਼ਦੀਕੀ ਹੋਵੇਗੀ, ਆਪਣਾਪਣ ਬਣੇਗਾ। ਬਾਣੀ ਨਾਲ ਅਜੇ ਆਪਣਾਪਣ ਨਹੀਂ ਬਣਿਆ ਸਾਡਾ, ਔਰ ਇਹੀ ਸਾਡੀ ਕਮੀ ਹੈ। ਜਦੋਂ ਆਪਣਾਪਣ ਬਣੇਗਾ ਨਾ, ਬਾਣੀ ਨਾਲ ਪਿਆਰ ਬਣੇਗਾ, ਅਟੈਚਮੈਂਟ ਬਣੇਗੀ, ਦਿਲ ਨੇੜੇ ਹੋਵੇਗਾ, ਅਨੁਭਵ ਦੇ ਸ਼ਬਦ ਅੰਦਰੋਂ ਨਿਕਲਣਗੇ, ਅਨੁਭਵ ਆਪਣੇ ਆਪ ਪ੍ਰਗਟ ਹੋਵੇਗਾ। ਗੁਸਤਾਖੀ ਮਾਂ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਬਾਣੀ ਦੇ ਪ੍ਰਥਾਏ ਸਾਡਾ ਕੋਈ ਅਨੁਭਵ ਨਹੀਂ ਬਣ ਪਾਉਂਦਾ, ਕੋਈ ਤਜਰਬਾ ਨਹੀਂ ਬਣ ਪਾਉਂਦਾ, ਬਸ ਰੱਟੇ ਗਿਆ। ਪੂਰੀ ਜ਼ਿੰਦਗੀ ਬਾਣੀ ਰਟਦੇ ਰਹੇ, ਕਈ ਸਹਿਜ ਪਾਠ ਕਰ ਲਏ, ਕਈ ਕੁਛ ਕਰ ਲਿਆ, ਹਰ ਰੋਜ਼ ਨਿਤਨੇਮ ਕਰਦੇ ਹਾਂ, ਔਰ ਗੁਸਤਾਖੀ ਮਾਫ ਕਰਨਾ ਉਹ ਗੱਲ ਨਹੀਂ ਬਣੀ ਵੀ ਜੋ ਅਨੁਭਵ ਆ ਜਾਏ। ਜਪਜੀ ਸਾਹਿਬ ਵੀ ਪੜ੍ਹ ਰਹੇ ਹਾਂ, ਅਨੁਭਵ ਵਿੱਚ ਆਵੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਮੈਨੂੰ ਮਿਲਿਆ ਮਾਨ। ਗੁਰੂ ਤਾਂ ਕਹਿੰਦਾ ਜਿਨ੍ਹਾਂ ਨੇ ਸੇਵਿਆ ਉਹਨਾਂ ਨੂੰ ਇੱਜ਼ਤ ਬੜੀ ਮਿਲਦੀ। ਤੈਨੂੰ ਮਿਲੀ ਹੈ। ਜੇ ਇੱਜ਼ਤ ਮਿਲੀ ਵੀ ਤੇ ਬਾਹਰੋਂ ਜੁੜਿਆ ਇਤਨੀ ਮਿਲੀ, ਜੇ ਅੰਦਰੋਂ ਜੁੜ ਜਾਏ ਤਾਂ ਕਿਤਨੀ ਮਿਲੇਗੀ। ਅਜੇ ਤਾਂ ਤੂੰ ਗੁਰੂ ਘਰ ਨਾਲ ਬਾਹਰੋਂ ਜੁੜਿਆ, ਕਿਤੇ ਅੰਦਰੋਂ ਜੁੜ ਜਾਏ ਕੀ ਆਨੰਦ ਆਏਗਾ, ਕਿਤਨਾ ਮਾਣ। ਹੁਣ ਅਜੇ ਤਾਂ ਤੂੰ ਬਾਹਰੋਂ ਫਾਰਮੈਲਿਟੀਆਂ ਕਰਨਾ, ਅਜੇ ਬਾਹਰ ਦੀ ਕਰ ਰਿਹਾ ਹੈ, ਅਜੇ ਤੇਰਾ ਮਨ ਪੂਰਨ ਤੌਰ ਤੋਂ ਨਹੀਂ ਟਿਕਿਆ, ਅਜੇ ਪੂਰਨ ਤੌਰ ਤੋਂ ਅੰਦਰੋਂ ਨਹੀਂ ਸਿਮਰਿਆ, ਕੇਵਲ ਅਜੇ ਤੱਕ ਗੁਰੂ ਘਰ ਨਾਲ ਜੁੜਿਆ, ਗੁਰਦੁਆਰੇ ਤੱਕ ਜੁੜਿਆ। ਜਦੋਂ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਜਾਏਗਾ, ਉਹਦੇ ਸਿਮਰਨ ਨਾਲ ਜੁੜ ਜਾਏਗਾ, ਫਿਰ ਕਿਤਨਾ ਮਾਣ ਇੱਜ਼ਤ ਤੈਨੂੰ ਹਾਸਲ ਹੋਏਗਾ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਫਿਰ ਮਾਰਗ ਨੇ ਗਾਵੀਐ ਸੁਣੀਐ ਮਨ ਰੱਖੀਐ ਪਾਓ। ਕੀ ਹੋਏਗਾ? ਕਹਿਣ ਲੱਗੇ ਦੁੱਖ ਪਰ ਹਰ ਸੁਖ ਕਰ ਲੈ ਜਾਏ। ਤਰੀਕਾ ਹੈ ਬਾਣੀ ਨੂੰ ਆਪਣਾ ਬਣਾ ਕੇ ਕਹੋ ਵੀ ਦਾਤਾ ਵੀ ਜਿਨ੍ਹਾਂ ਨੇ ਤੈਨੂੰ ਸੇਵਿਆ ਨਾ ਉਹਨਾਂ ਨੂੰ ਇੱਜ਼ਤ ਪ੍ਰਾਪਤ ਹੋਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਨੁਭਵ ਸ਼ਬਦ ਤਤ ਨਿਜ ਸਾਰ। ਆਖਣ ਲੱਗੇ ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਜਿਹੜਾ ਉਹ ਮਗ ਪਏਗਾ ਅੰਦਰ, ਜੀਵਨ ਦੇ ਅੰਦਰ ਤੁਹਾਡੇ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਅਸਲ ਤੱਤ ਜਿਹੜਾ ਅੰਦਰ ਪ੍ਰਗਟ ਹੋਏਗਾ, ਤੇ ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿੱਚ ਫਿਰੇਗਾ, ਅੰਦਰੋਂ ਅਨੁਭਵ ਪ੍ਰਗਟ ਹੋਏਗਾ। ਇਸ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਸ ਵਿੱਚ ਕਹਿਣ ਲੱਗੇ ਕਵੀ ਸਾਹਿਬ, ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਪਹੇ ਮਨ ਨਿਰਮਲ, ਹਰ ਕੀਰਤਨ ਮੈਂ ਅੰਦਿਨ ਜਾਗਾ ਰਹਾ। ਇਹ ਸਾਰੀ ਬਾਣੀ ਦਾ ਤੱਤ ਹੈ। ਮੈਂ ਇਸ ਕਰਕੇ ਸ਼ੁਰੂਆਤ ਤੋਂ ਸ਼ੁਰੂ ਕਰ ਲਿਆ ਸੀ ਕਿ ਆਪਾਂ ਰਾਓ ਦੇ ਪਦੇ 'ਤੇ ਆਉਣਾ ਹੀ ਹੈ। ਇਸ ਕਰਕੇ ਹੁਣ ਇਸ ਤੱਤ ਨੂੰ ਸਮਝਣਾ ਬੜਾ ਜ਼ਰੂਰੀ ਹੈ।
आओ कि जो पूरी पौड़ी के 16 पद अगे कबीर साहब जी ने ये सारे उच्चारण किए हैं, थित्ती तो लैके, क्योंकि सलोक वखरा है जो पिछे आप विचारे। थित्ती तो पहला पदा मस्या के संबंध है, ये जोड़ा हुण पदा पढ़िया ये राहु का पदा। इस तो पहला एकम तो गल चलेगी, एकम, दूज, तीज, चौथ, पंचमी, छठ, सतवीं, अष्टमी, नौवीं, दसवीं, एकादशी, द्वादशी, तेरस, चौदस, फिर गल चलेगी पूर्णमासी तक। पर इन्होंने सारिया का निचोड़ की है, इन्होंने सारिया का तत्त की है। कहने लगे कबीर साहब, चरण कमल गोबिंद रंग लागा, संत प्रसाद पहे मन निर्मल, हर कीर्तन में अंदिन जागा रहो। आखणगे जिस मनुख का प्यार गोबिंद के सोहने चरणों नाल बन जाता है। चरण कमल गोबिंद रंग लागा, रंग कहते ने प्रेम नूं, लागा का अर्थ है बन जाता है। चरण कमल गोबिंद का अर्थ है जिस मनुख का प्रभु के सोहने चरणों नाल मन लग जाता है, मन जुड़ जाता है। सोहने चरणों नाल जिहदा मन उस दे प्यार विच जुड़ गया, उहदे प्रेम दे विच जुड़ गया, प्यारे प्रभु के नाल जिहदा मन जुड़ गया। कहन लगे संत प्रसाद पहे निर्मल, मन निर्मल। संत इत्थे कहा गुरु नूं। कबीर साहब कहते ने गुरु की प्रसाद कृपा, संत तत्ते नूं इत्थे औंकड़ नहीं है। क्यों नहीं है? क्योंकि संत प्रसाद का अर्थ है गुरु की कृपा। दी संबंधक है गुप्त रूप विच। जदों अर्थ करांगे व्याकरण के रूल मुताबिक, फिर इत्थे नाल दी लाना पैगा, संत दी प्रसाद कृपा है जी। तो तत्ते नूं औंकड़ लथ गई, व्याकरण का रूल। नहीं तो संत प्रसाद, जे संत की कृपा ना हुंदी, संत कृपा हुंदी, फिर सत ते तत्ते नूं औंकड़ होना चाहिए सी। ये अर्थ करन लग्गियां सानूं गल्लां बरीकियां जिहड़ियां बाणी दियां, उस तो सानूं पता लगता भी ये बरीकी है। इत्थे तत्ते नूं औंकड़ नहीं। इसका अर्थ करेंगे संत प्रसाद, संत की कृपा, गुरु की कृपा। प्रसाद के दद्दे नूं स्यारी, इसका अर्थ है नाल। स्यारी जिहड़ी है वो नाल दे अर्थ कर रही है। आओ कि गुरु की कृपा नाल पहे मन निर्मल, कहते उस मनुख का मन पवित्र हो जाता है। गुरु साहब जो कृपा करते हैं ना, भी मनुख का मन पवित्र हो जाता है। तो कह लगे हर कीर्तन में अंदिन जागा, परमात्मा की सिलसिला में जुड़ के वो मनुख विकारां वालों हर वेले सुचेत रहिंदा है। उस रब नाल जुड़ के विकारां नूं ध्यान च रखता है, विकारां वालों सुचेत रहिंदा है। कहते असल विच यही है थित्ती का रूप मार्ग कहते हैं। जे लोग व्रत रखते हैं, थित्तां ते स्नान करन जाते हैं, और जे मन विकारां वालों सुचेत नहीं, आखन